तू तो आप समराता तू अपने आप ही सजा दे ਜਿਹੜੇ ਦੋਸ਼ੀ ਨੇ मैं कहना ਉਹਨਾਂ ਦਾ ਕੱਖ ਨਾ ਰਹੇ ਅਸੀਂ ਕਹਿੰਦੇ ਜਿਹੜਾ ਦੋਸ਼ੀ ਹੈ ਕੋਈ ਵੀ ਹੈ ਬਾਦਲ ਸਾਹਿਬ ਹੈ ਹੋਰ ਹੈ ਕੋਈ ਵੀ ਬੰਦਾ ਹੈ ਤੁਸੀਂ ਫੜ ਕੇ ਅੰਦਰ ਦਿਓ ਸਿੱਖ ਕੌਮ ਦਾ ਤਾਂ ਹਿਰਦਾ ਵਲੋਦਰਿਆ ਜਾਂਦਾ ਬਿਲਕੁਲ ਜੀ ਮੈਂ ਕਹਿੰਦਾ ਜੀ ਇਹ ਕਹਿਣਾ ਹੀ ਸਾਡੇ ਲਈ ਨਾ ਸਾਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਪਰ ਉਹਦੀ ਹਵਾ ਵੀ ਨਾਲ ਦੀ ਨਾਲ ਨਿਕਲ ਗਈ ਪ੍ਰਮਾਤਮਾ ਬਹੁਤ ਬੇਅੰਤ ਹੈ ਤੇ ਉਦੋਂ ਜਦੋਂ ਉਹਨਾਂ ਨੇ ਅਨਾਉਂਸ ਕੀਤਾ ਵੀ 300 ਤੱਕ ਇਹ ਜਿਹੜੀ ਯੂਨਿਟ ਹੈ ਫ੍ਰੀ ਹੈ ਅੱਜ ਅਸੀਂ ਕੁਰਸੀ ਬਚਾਉਣ ਦੇ ਜਿਹੜੇ 6 ਮਹੀਨੇ ਰਹਿ ਗਏ ਉਹ ਕੁਰਸੀ ਆਪਣੇ ਬਚਾਉਣ ਦੇ ਚੱਕਰ 'ਚ ਕੋਈ ਲੰਚ ਡਿਪਲੋਮੈਸੀ ਹੋ ਰਹੀ ਹੈ ਕੋਈ ਦਿੱਲੀ ਭੱਜਿਆ ਵਾ ਸਾਨੇ ਜੋ ਤਿਲ ਫੁੱਲ ਹੈਗਾ ਤਾਂ ਲੰਗਰ ਲਾ ਕੇ ਆਕਸੀਜਨ ਦੇ ਲੰਗਰ ਲਾ ਕੇ ਦੂਜੇ ਲੰਗਰ ਲਾ ਕੇ ਤੇ ਕੋਵਿਡ ਸੈਂਟਰ ਬਣਾ ਕੇ ਲੋਕਾਂ ਦਾ ਹੈਲਪ ਕਰਨ ਦੀ ਕੋਸ਼ਿਸ਼। ਮੈਂ ਹਾਂ ਹਰਸ਼ਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ LF ਨਿਊਜ਼ 24 ਚੈਨਲ। ਅੱਜ ਜਿਵੇਂ 2022 ਦਾ ਸਮਾਂ ਨੇੜੇ ਆਂਦਾ ਜਾ ਰਿਹਾ ਹੈ ਤਿਉਂ ਤੋਂ ਇੱਕ ਜਿਹੜਾ ਚੋਣਾਂ ਦਾ ਦੰਗਲ ਦੇ ਦੌਰਾਨ ਜਿਹੜੀ ਹਲਚਲ ਹਰ ਪਾਰਟੀਆਂ ਦੀ ਵੱਧਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਨਾਲ ਸਮਝੌਤਾ ਹੋਣਾ, ਕਾਂਗਰਸ ਦੇ ਅੰਦਰ ਹੋਰ ਕਲੇਸ਼ ਚੱਲੇ ਜਾ ਰਹੇ ਨੇ, ਆਮ ਆਦਮੀ ਪਾਰਟੀ ਵੀ ਪ੍ਰੋਟੈਸਟ ਕਰਦੀ ਜਾ ਰਹੀ ਹੈ। ਇਸੇ ਨੂੰ ਲੈ ਕੇ ਸਾਡੇ ਨਾਲ ਇੱਕ ਜਾਣਿਆ ਪਛਾਣਿਆ ਨਾਮ ਸਰਦਾਰ ਰਣਜੀਤ ਸਿੰਘ ਜੀ ਗਿੱਲ ਹਲਕਾ ਇੰਚਾਰਜ ਖਰੜ ਸਾਡੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਅੱਜ ਦੇ ਜੋ ਹਾਲਾਤ ਨੇ ਉਹਨਾਂ ਬਾਰੇ ਉਹਨਾਂ ਦਾ ਕੀ ਕਹਿਣਾ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜਿਹੜਾ ਪਹਿਲੇ ਹੀ ਸਵਾਲ ਆਪਾਂ ਤਾਂ ਇਹ ਕਰਦੇ ਹਾਂ ਵੀ ਤੁਸੀਂ ਇੱਕ ਐਡਾ ਵਧੀਆ ਗਿਲਕੋ ਨਾਮ ਦਾ ਡਿਵੈਲਪਰ ਬਣਾਇਆ, ਮਤਲਬ ਬਹੁਤ ਵਧੀਆ ਸਿਸਟਮ ਸੀ ਤੁਹਾਡਾ, ਉਹਨੂੰ ਛੱਡ ਕੇ ਰਾਜਨੀਤੀ ਜਾਣ ਬਾਰੇ ਕਿਵੇਂ ਸੋਚਿਆ? ਪਹਿਲਾਂ ਤਾਂ ਜੀ ਮੈਂ LF ਨਿਊਜ਼ 24 ਦੇ ਜਿੰਨੇ ਵੀ ਸਾਰੇ ਦਰਸ਼ਕ ਹੈ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਕਿਹਾ ਜੀ, ਦੇਖੋ ਅਸੀਂ ਬਹੁਤ ਇੱਕ ਨੋਰਮਲ ਫੈਮਲੀਆਂ 'ਚੋਂ ਆਏ ਹੋਏ ਲੋਕ ਹੈ ਅਤੇ ਠੀਕ ਹੈ ਮਹਾਰਾਜ ਦੀ ਕਿਰਪਾ ਰਹੀ, ਬਹੁਤ ਵੱਡੀ ਕਿਰਪਾ ਰਹੀ ਅਤੇ ਅਸੀਂ ਅੱਜ ਇਸ ਮੁਕਾਮ ਤੱਕ ਪਹੁੰਚੇ। ਪਰ ਹੁਣ ਮੇਰਾ ਜੋ ਮਨ ਹੈ ਵੀ ਜਿਸ ਸਮਾਜ ਨੇ ਮੈਨੂੰ ਇੰਨਾ ਕੁਛ ਦਿੱਤਾ ਹੈ ਅਤੇ ਇੱਥੇ ਤੱਕ ਪਹੁੰਚਾਇਆ, ਸਮਾਜ ਦੀ ਬਦੌਲਤ 'ਤੇ ਪਹੁੰਚਦਾ ਬੰਦਾ। ਸੋ ਮੈਂ ਜੋ ਹੁਣ ਸੋਚਿਆ ਵੀ ਬਾਕੀ ਜਦੋਂ ਕਾਰੋਬਾਰ ਮੇਰੇ ਜੋ ਬੱਚੇ ਉਹਨਾਂ ਨੇ ਸੰਭਾਲ ਲਿਆ ਅਤੇ ਕਿਉਂ ਨਾ ਮੈਂ ਹੁਣ ਜਿਹੜੀ ਮੇਰੀ ਬਾਕੀ ਦੀ ਬਚਦੀ ਜ਼ਿੰਦਗੀ ਹੈ, ਜੋ ਬਾਕੀ ਮਹਾਰਾਜ ਨੇ ਸਾਨੂੰ ਜ਼ਿੰਦਗੀ ਬਖਸ਼ੀ ਹੈ ਮੈਨੂੰ, ਵੀ ਉਹ ਮੈਂ ਸਮਾਜ ਦੇ ਲਿਖੇ ਲਾਵਾਂ। ਇਸ ਕਰਕੇ ਮੈਂ ਹੁਣ ਕੰਪਨੀ ਦੇ ਸਾਰੇ ਅਹੁਦਿਆਂ ਤੋਂ ਰਿਜ਼ਾਈਨ ਕਰਕੇ ਜਿੰਨਾ ਸਮਾਂ ਆਪਾਂ ਪੂਰਾ ਸਮਾਜ 'ਤੇ ਸੇਵਾ ਭਾਵਨਾ ਨਾਲ ਲਾਵਾਂਗੇ। ਦੇਖੋ ਪਾਰਟੀਆਂ ਤਾਂ ਪੰਜਾਬ ਦੇ ਵਿੱਚ ਆਪ ਪਾਰਟੀ ਵੀ ਹੈ, ਕਾਂਗਰਸ ਪਾਰਟੀ ਵੀ ਹੈ, ਲੇਕਿਨ ਤੁਸੀਂ ਸ਼੍ਰੋਮਣੀ ਅਕਾਲੀ ਦਲ ਹੀ ਕਿਉਂ ਚੁਣੀ? ਦੇਖੋ ਇੱਕ ਤਾਂ ਸਾਡਾ ਜਿਹੜਾ ਪੁਰਾਣਾ ਪਰਿਵਾਰ ਆ ਸਾਡਾ, ਅਸੀਂ ਅਕਾਲੀ ਦਲ ਨਾਲ, ਸਾਡੇ ਪੁਰਾਣੇ ਬਜ਼ੁਰਗ ਅਕਾਲੀ ਦਲ ਨਾਲ ਹੀ ਅਸੀਂ ਜੁੜੇ ਪਏ ਹਾਂ। ਦੂਸਰਾ ਅਸੀਂ ਪਿਛਲੇ 10 ਸਾਲ ਜਦੋਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ ਅਤੇ ਸਾਡਾ ਜੋ ਮਹਿਕਮਾ ਹੁੰਦਾ ਸੀ ਉਹ CM ਸਾਹਿਬ ਕੋਲ ਹੁੰਦਾ ਸੀ ਅਤੇ ਪਿਛਲੀ ਵਾਰ 'ਚੋਂ ਡਿਪਟੀ CM ਸਾਹਿਬ ਕੋਲ ਸੀ। ਸੋ ਅਸੀਂ ਉਹਨਾਂ ਨਾਲ ਸਾਨੂੰ ਵਾਹ ਪੈਂਦਾ ਰਹਿੰਦਾ ਸੀ, ਮਿਲਣ ਦਾ ਮੌਕਾ ਮਿਲਦਾ ਸੀ। ਸੋ ਮੈਂ ਦੇਖਿਆ ਉਹਨਾਂ ਦਾ ਜੋ ਵਿਜ਼ਨ ਹੈ, ਜੋ ਸੋਚ ਹੈ, ਉਹ ਡਿਵੈਲਪਮੈਂਟ ਦੇ ਪ੍ਰਤੀ ਬਹੁਤ ਵਧੀਆ। ਸੋ ਇਸ ਕਰਕੇ ਉਹਨਾਂ ਦਾ ਇਹ ਦੇਖ ਕੇ ਵੀ ਇਹ ਪੰਜਾਬ ਨੂੰ, ਜਿਵੇਂ ਦੇਖੋ ਪਿਛਲੇ 10 ਸਾਲ 'ਚ ਤੁਸੀਂ 10 ਸਾਲ ਪਹਿਲਾਂ ਅਕਾਲੀ ਸਰਕਾਰ ਤੋਂ ਪਹਿਲਾਂ ਦਾ ਦੇਖ ਲਓ, ਮੋਹਾਲੀ ਕੀ ਸੀ, ਖਰੜ ਕੀ ਸੀ, ਜੀਰਕਪੁਰ ਕੀ ਸੀ, ਅਤੇ ਅੱਜ ਦਾ ਦੇਖ ਲਓ। ਸੋ ਉਹਨਾਂ ਦੀ ਉਹ ਸੋਚ ਦੇਖ ਕੇ ਅਤੇ ਮੈਂ ਸੋਚਿਆ ਵੀ ਕਿਉਂ ਨਾ ਫਿਰ ਸਾਡੀ ਸੋਚ ਵੀ ਇਹੀ ਹੈ ਵੀ ਕਿਉਂ ਨਾ ਇਹਨਾਂ ਨਾਲ ਮਿਲ ਕੇ ਆਪਾਂ ਹੋਰ ਵਧੀਆ ਕੋਈ ਡਿਵੈਲਪਮੈਂਟ ਕਰੀਏ। ਨਹੀਂ ਅਸੀਂ ਪਿੱਛੇ ਚਲੋ ਆਪਾਂ ਗੱਲ ਕਰੀਏ ਜੋ ਅੱਜ ਦਾ ਟਾਈਮ ਚੱਲ ਰਿਹਾ, ਜੋ ਕਿਸਾਨ ਮੋਰਚਾ ਜਿਹੜਾ ਆਪਣੇ ਕਿਸਾਨਾਂ ਨੂੰ ਉੱਥੇ ਬੈਠਿਆਂ ਲਗਭਗ 7 ਮਹੀਨੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹੋ ਗਏ, ਪਹਿਲਾਂ ਵੀ ਇੱਥੇ ਧਰਨੇ ਦਿੰਦੇ ਰਹੇ। ਕੀ ਤੁਹਾਨੂੰ ਲੱਗਦਾ ਵੀ ਇਹਨਾਂ ਦੇ ਜਿਹੜੇ ਬਿੱਲ ਆ ਉਹਨਾਂ ਬਾਰੇ ਕੁਛ ਕਹਿਣਾ ਚਾਹੋਗੇ? ਦੇਖੋ ਮੈਂ ਖੁਦ ਕਿਸਾਨ ਹਾਂ, ਕਿਸਾਨ ਦਾ ਬੇਟਾ ਹੈ। ਅਸੀਂ ਬਹੁਤ ਇੱਕ ਸਿੰਪਲ ਕਿਸਾਨੀ ਪਰਿਵਾਰ 'ਚੋਂ ਹੀ ਅਸੀਂ ਉੱਠ ਕੇ ਆਏ ਹਾਂ। ਸੋ ਮੇਰਾ ਖਿਆਲ ਮੇਰੇ ਤੋਂ ਵੱਧ ਦਰਦ ਕੋਈ ਨਹੀਂ ਜਾਣਦਾ ਹੋਊਗਾ, ਕਿਉਂਕਿ ਅਸੀਂ ਤਾਂ ਹੱਥੀਂ ਆਪ ਵੀ ਖੇਤੀ ਕੀਤੀ ਹੈ ਅਤੇ ਆਪ ਆਲੂਆਂ ਦੀਆਂ ਵੱਟਾਂ ਪਾਈਆਂ ਨੇ, ਆਪ ਮੱਕੀ 'ਚੋਂ ਸੌਂਕਾ ਵੱਢਿਆ। ਅਸੀਂ ਤਾਂ ਮਤਲਬ ਇੱਕ ਕਿਸਾਨ ਪਰਿਵਾਰ 'ਚੋਂ ਹੀ ਆਏ ਹਾਂ। ਸੋ ਜੋ ਇਹ ਅੱਜ 7 ਮਹੀਨੇ ਹੋ ਗਏ ਸਾਡੇ ਕਿਸਾਨ ਵੀਰਾਂ ਨੂੰ ਬੈਠਿਆਂ ਨੂੰ, ਮੈਂ ਕਹਿੰਦਾ ਸਰਕਾਰ ਦਾ ਹੰਕਾਰ ਹੈ, ਸਰਕਾਰ ਦਾ ਅੜੀਅਲ ਵਤੀਰਾ ਹੈ ਵੀ ਜਦ ਕਿ ਹੁਣ ਉਹਨਾਂ ਨੇ ਆਪਣੇ ਟੇਬਲ ਟਾਕ 'ਤੇ ਵੀ ਉਹਨਾਂ ਨੇ ਚਿੱਠੀ ਲਿਖਤੀ ਵੀ ਠੀਕ ਆ ਬੈਠੋ, ਆਪਾਂ ਟੇਬਲ 'ਤੇ ਬੈਠ ਕੇ ਤਾਂ ਕੋਈ ਨਿਬੇੜਾ ਕਰੀਏ, ਅਤੇ ਉਹਦਾ ਵੀ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਸੋ ਇਹ ਦੇਖੋ ਕਾਨੂੰਨ ਜਦੋਂ ਜਿਹਦੇ ਤੁਸੀਂ ਫਾਇਦੇ ਲਈ ਕਾਨੂੰਨ ਬਣਾ ਰਹੇ ਹੈ, ਜਦੋਂ ਚਾਹੁੰਦੇ ਵੀ ਸਾਨੂੰ ਨਹੀਂ ਚਾਹੀਦੇ ਤਾਂ ਮੇਰਾ ਖਿਆਲ ਹੈ ਵੀ ਰੱਦ ਕਰਨ 'ਚ ਉਹਦੇ 'ਚ ਹਰਜ ਕੀ ਹੈ? ਜਦੋਂ ਤੁਸੀਂ ਕਹਿ ਰਹੇ ਹੋ ਵੀ ਮੰਨ ਲਓ ਸਪੋਜ਼ ਕਰੋ ਵੀ ਤੁਹਾਡਾ ਇਹਦੇ 'ਚ ਫਾਇਦਾ ਹੈ, ਮੈਂ ਚਾਹੁੰਦਾ ਮੈਨੂੰ ਨਹੀਂ ਫਾਇਦਾ ਚਾਹੀਦਾ, ਤਾਂ ਫਿਰ ਮੇਰਾ ਖਿਆਲ ਉਹ ਦੇਣ ਦੀ ਲੋੜ ਹੀ ਕੀ ਹੈ? ਸੋ ਇਹ ਜਿਹੜੇ ਕਾਨੂੰਨ ਹੈ ਇਹ ਕਿਸਾਨਾਂ ਨੇ ਬੜੇ ਬਰੀਕੀ ਨਾਲ ਜਦੋਂ ਦੇਖਿਆ ਅਤੇ ਆਉਣ ਵਾਲੀਆਂ ਜਿਹੜੀਆਂ ਨਸਲਾਂ ਵੀ ਕਦੇ ਮਾफ़ ਨਹੀਂ ਕਰਨਗੀਆਂ, ਅਤੇ ਕਿਸਾਨੀ ਜੋ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ੀ ਹੋਈ ਸੱਚੀ ਸੁੱਚੀ ਕਿਰਤ ਹੈ ਅਤੇ ਉਹ ਖਤਮ ਹੋ ਜਾਏਗੀ।
ਸੋ ਇਸ ਕਰਕੇ ਕਿਸਾਨ ਆਪਣੇ ਅਣਹੋਂਦ ਦੀ ਜਿਹੜੀ ਉਹ ਹੈ ਉਹ ਲੜਾਈ ਲੜ ਰਹੇ, ਆਪਣੀ ਹੋਂਦ ਬਚਾਉਣ ਲਈ ਲੜਾਈ ਲੜ ਰਹੇ। ਕੀ ਤੁਹਾਨੂੰ ਲੱਗਦਾ ਵੀ ਜਿਹੜਾ ਹੁਣ ਆਪਾਂ ਇੰਨੇ ਪ੍ਰੋਟੈਸਟ ਹੋਏ, ਇੰਨੇ ਧਰਨੇ ਲੱਗੇ ਆ, ਵੀ ਇਹਦੇ ਬਾਵਜੂਦ ਜਿਹੜੇ ਹੁਣ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ, ਕੀ ਉਹ ਮੰਨ ਜਾਣਗੇ? ਦੇਖੋ, ਅਸੀਂ ਤਾਂ ਇਹੀ ਬੇਨਤੀ ਕਰਦੇ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, ਵੀ 7 ਮਹੀਨੇ ਤੋਂ ਬੈਠੇ ਨੇ। ਪਹਿਲਾਂ ਤੁਸੀਂ ਕਿਹਾ ਵੀ ਇੱਕ ਫੋਨ ਕਾਲ ਦੀ ਦੂਰੀ 'ਤੇ ਹੈ, ਅਸੀਂ ਜਦੋਂ ਮਰਜ਼ੀ ਉਹ ਕਰੋ। ਹੁਣ ਤਾਂ ਉਹਨਾਂ ਨੇ ਚਿੱਠੀਆਂ ਤੱਕ ਲਿਖਤੀਆਂ, ਅਤੇ ਉਹਨਾਂ ਨੂੰ ਚਾਹੀਦਾ ਹੈ ਵੀ ਉਹਨਾਂ ਨੂੰ ਬੁਲਾਓ ਬੈਠ ਕੇ ਟੇਬਲ ਦੇ ਉੱਤੇ। ਠੀਕ ਹੈ, ਜੇ ਗੱਲਬਾਤ ਟੇਬਲ 'ਤੇ ਹੀ ਨਿਬੜਨੀ ਹੈ, ਅਤੇ ਜੇ ਹੁਣ ਪਹਿਲਾਂ ਕੋਈ ਕਮੀਆਂ ਰਹਿ ਗਈਆਂ ਤਾਂ ਉਹ ਤਾਂ ਤੁਸੀਂ ਬੈਠ ਕੇ ਟੇਬਲ 'ਤੇ ਉਹਨਾਂ ਨਾਲ ਗੱਲ ਕਰੋ। ਜਿਹੜੀਆਂ ਕਿਸਾਨ ਬੜੇ ਤਰਕ ਨਾਲ ਉਹਨਾਂ ਨੂੰ ਸਮਝਾ ਰਹੇ, ਕੋਈ ਇਹ ਨਹੀਂ ਕਹਿ ਰਹੇ ਵੀ ਰੱਦ ਕਰ ਦਿਓ। ਉਹ ਕਹਿ ਰਹੇ ਨੇ ਵੀ ਇਹ ਚੀਜ਼ ਦਾ ਆਹ ਅਸਰ ਹੋਊਗਾ, ਇਹ ਚੀਜ਼ ਦਾ ਆਹ ਅਸਰ ਹੋਊਗਾ। ਉਹ ਗੱਲ ਉਹਨਾਂ ਦੀ ਸੁਣਨੀ ਚਾਹੀਦੀ। ਸਾਡੀ ਤਾਂ ਬੇਨਤੀ ਹੈ ਸੈਂਟਰ ਸਰਕਾਰ ਨੂੰ ਵੀ ਤੁਸੀਂ 7 ਮਹੀਨੇ ਤੋਂ ਕਿਸਾਨ ਉੱਥੇ 500 ਦੇ ਕਰੀਬ ਦਾ ਮੇਰਾ ਖਿਆਲ ਉੱਥੇ ਸ਼ਹੀਦ ਹੋ ਗਿਆ ਕਿਸਾਨ ਬਾਰਡਰ 'ਤੇ, ਉੱਥੇ ਆਪਣੇ ਦਿੱਲੀ ਬਾਰਡਰ 'ਤੇ ਬੈਠਾ। ਸੋ ਸਾਡੀ ਬੇਨਤੀ ਹੈ ਵੀ ਤੁਸੀਂ ਇਹਦਾ ਕੋਈ ਹੱਲ ਕੱਢ ਕੇ ਖੁਸ਼ੀ ਕਿਸਾਨ ਆਪਣੇ ਘਰਾਂ ਨੂੰ ਆਉਣ, ਅਤੇ ਤੁਹਾਡਾ ਵੀ ਮੇਰਾ ਖਿਆਲ ਉਹ ਜੈ ਜੈਕਾਰ ਕਰਨਗੇ ਵੀ ਸਾਡਾ ਸਰਕਾਰ ਨੇ ਚਲੋ ਦੇਰ ਹੈ ਦਰੁਸਤ ਹੈ ਸਾਡੀ ਸੁਣ ਲਈ। ਸੋ ਇਮੀਡੀਏਟਲੀ ਦਾ ਕੋਈ ਹੱਲ ਕੱਢਣਾ ਚਾਹੀਦਾ। ਇੱਕ ਬੀਜੇਪੀ ਆਗੂ ਹੈ ਜਿਹਦਾ ਹਰਜੀਤ ਗਰੇਵਾਲ, ਉਹਨਾਂ ਵੱਲੋਂ ਹੀ ਇੱਕ ਬਾਰ-ਬਾਰ ਗੱਲ ਕਹੀ ਜਾਂਦੀ ਹੈ ਵੀ ਜਿਹੜੇ ਬਿੱਲ ਨੇ ਉਹ ਬਹੁਤ ਵਧੀਆ ਨੇ, ਵੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ, ਵੀ ਜਿਹੜੇ ਮਾਓਵਾਦੀ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਅਤੇ ਕਿਸਾਨਾਂ ਨੂੰ ਸਮਝਣਾ ਚਾਹੀਦਾ। ਲੇਕਿਨ ਇਹਨਾਂ ਦੇ ਹੀ ਬੀਜੇਪੀ ਦੇ ਹੋਰ 2 ਆਗੂ ਹੈ ਜਿਹੜੇ ਉਹ ਕਿਸਾਨਾਂ ਦੀ ਸਪੋਰਟ 'ਚ ਆ ਰਹੇ ਹੈ, ਉਹਨਾਂ ਨੂੰ ਕਿਵੇਂ ਦੇਖਦੇ? ਦੇਖੋ, ਗੱਲ ਇਹ ਹੈ ਵੀ ਜਿਹੜੀ ਉਹ ਬੋਲਬਾਣੀ ਬੋਲ ਰਹੇ ਨੇ ਨਾ, ਉਹ ਬੜੀ ਗਲਤ ਹੈ। ਆਪਾਂ ਕਿਸੇ ਨੂੰ ਤੂੰ ਤੜਾਕ ਕਰਕੇ ਗੱਲ ਕਰੋਗੇ, ਉਹ ਵੈਸੇ ਹੀ ਬੰਦੇ ਨੂੰ ਪਿੰਚ ਕਰਦੀ ਹੈ। ਜੇ ਕਿਤੇ ਗੱਲ ਕੰਢੇ ਲੱਗਣੀ ਹੈ, ਇਹ ਚੀਜ਼ਾਂ ਗੱਲ ਕੰਢੇ ਨਹੀਂ ਲੱਗਣ ਦਿੰਦੀਆਂ, ਕਿਉਂ ਇਹਦੇ 'ਚ ਗੁੱਸਾ ਨਫ਼ਰਤ ਪੈਦਾ ਹੁੰਦਾ। ਸੋ ਬਾਕੀ ਉਹਨਾਂ ਦੇ ਲੀਡਰ ਕਹਿ ਰਹੇ ਆ ਸਰਕਾਰ ਨੂੰ। ਮੈਂ ਕਹਿੰਦਾ ਜੇ ਪੰਜਾਬ ਦੀ ਭਾਜਪਾ ਜਿੰਨੀ ਹੈਗੀ ਹੈ ਇੱਥੇ, ਬੀਜੇਪੀ ਵਾਲੇ ਅਗਰ ਸਾਰੇ ਇਕੱਠੇ ਹੋ ਕੇ ਕਹਿਣ ਸੈਂਟਰ ਨੂੰ ਵੀ ਅਸੀਂ ਪੰਜਾਬ ਦੇ, ਦੇਖੋ ਅਸੀਂ ਪੰਜਾਬ 'ਚ ਰਹਿੰਦੇ ਹਾਂ, ਪੰਜਾਬ ਦਾ ਨਾਮ ਖਾਧਾ, ਪੰਜਾਬ 'ਚ ਜੰਮੇ ਪਲੇ ਹਾਂ, ਅਤੇ ਇਹ ਕਾਨੂੰਨ ਜੇ ਲੋਕਾਂ ਨੂੰ ਨਹੀਂ ਮਨਜ਼ੂਰ ਤਾਂ ਤੁਸੀਂ ਰੱਦ ਕਰੋ। ਸੋ ਮੇਰਾ ਖਿਆਲ ਹੈ ਅਗਰ ਇਹ ਸਾਰੀ ਲੀਡਰਸ਼ਿਪ ਜਾ ਕੇ ਕਹੇ ਤਾਂ ਮੇਰਾ ਖਿਆਲ ਆ ਵੀ ਪ੍ਰਧਾਨ ਮੰਤਰੀ ਸਾਹਿਬ ਵੀ ਮੰਨ ਜਾਣਗੇ ਅਤੇ ਖੇਤੀ ਮਿਨਿਸਟਰ ਵੀ ਮੰਨ ਜਾਣਗੇ। ਪਰ ਆਪਣੀ ਲੀਡਰੀ ਚਮਕਾਉਣ ਦੇ ਲਈ ਇਹ ਗਲਤ ਬਿਆਨਬਾਜ਼ੀ ਕਰਦੇ ਨੇ, ਸੋ ਬੜੀ ਮੰਦਭਾਗਾ ਹੈ। ਸੋ ਹੁਣ ਜਿਹੜਾ ਮਸਲਾ ਕਰੰਟ ਚੱਲ ਰਿਹਾ ਉਹ ਇਹ ਚੱਲ ਰਿਹਾ ਵੀ ਜਿਹੜੀ ਬਿਜਲੀ ਦੀ ਦਿੱਕਤ ਆ ਰਹੀ ਹੈ ਬਹੁਤ ਜ਼ਿਆਦਾ ਪੰਜਾਬ 'ਚ, ਆਪਣੇ ਹਾੜੀ ਸੌਣੀ ਦਾ ਜਿਹੜਾ ਵੀ ਆਪਣੇ ਫਸਲਾਂ ਦਾ ਸਮਾਂ ਚੱਲ ਰਿਹਾ, ਤੁਸੀਂ ਵੀ ਇਹਦੇ ਵਾਸਤੇ ਪ੍ਰੋਟੈਸਟ ਕੀਤਾ, ਇਹਦੇ ਬਾਰੇ ਕੀ ਕਹੋਗੇ? ਦੇਖੋ, ਬਿਜਲੀ ਇਹ ਸਰਕਾਰ ਦੀ ਨਾਕਾਮੀ ਦਾ ਮਤਲਬ ਕਹਿ ਸਕਦੇ ਹਾਂ ਜੋ ਅੱਜ ਪੋਜੀਸ਼ਨ ਬਣੀ ਹੋਈ ਹੈ। 10 ਸਾਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਮੈਂ ਪੰਜਾਬ ਨੂੰ ਬਿਜਲੀ ਦਾ ਸਰਪਲਸ ਸੂਬਾ ਬਣਾਉਣਾ ਹੈ। ਅਤੇ ਉਦੋਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਇੱਥੇ ਤੱਕ ਵੀ ਕਿਹਾ ਵੀ ਇਹ ਬਹੁਤ ਵੱਡੀ ਗੱਪ ਹੈ, ਲੇਕਿਨ ਉਸ ਸ਼ਖਸੀਅਤ ਨੇ ਉਹਨੂੰ ਕਰਕੇ ਦਿਖਾਇਆ, ਬਿਜਲੀ ਸਰਪਲਸ ਸੂਬਾ ਬਣਾ ਕੇ ਦਿਖਾਇਆ। ਲੇਕਿਨ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ, ਮਿਸਮੈਨੇਜਮੈਂਟ ਕਰਕੇ, ਸੋ ਅੱਜ ਦੇਖੋ ਹਾਲ ਕੀ ਹੈ। ਜੋ ਅੱਜ ਤੋਂ 15 ਸਾਲ ਪਹਿਲਾਂ ਪੰਜਾਬ 'ਚ 8 ਤੋਂ 10 ਘੰਟੇ ਦੇ ਕੱਟ ਲੱਗਦੇ ਸੀ, ਅੱਜ ਉਹ ਪੋਜੀਸ਼ਨ ਦੁਬਾਰੇ ਬਣ ਗਈ ਹੈ। ਜੇ ਇੱਕ ਸਰਪਲਸ ਸੂਬਾ ਹੋਵੇ ਬਿਜਲੀ ਦਾ ਅਤੇ ਉਹਦੇ 'ਚ ਫਿਰ ਹੁਣ 10-10 ਘੰਟੇ ਦੇ ਕੱਟ ਲੱਗਣ, 4-4 ਘੰਟੇ ਜ਼ਿਮੀਂਦਾਰਾਂ ਨੂੰ ਬਿਜਲੀ ਮਿਲੇ, ਅਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਮਿਸਮੈਨੇਜਮੈਂਟ ਹੈ। ਇਹ ਸਰਕਾਰ ਦੀ ਮਤਲਬ ਨੀਅਤ ਹੀ ਨਹੀਂ ਹੈਗੀ ਇਸ ਚੀਜ਼ ਨੂੰ ਕੰਟਰੋਲ ਕਰਨ ਦੀ। ਸੋ ਅੱਜ ਲੋਕ ਦੇਖੋ ਸੜਕਾਂ 'ਤੇ ਬੈਠੇ ਨੇ, ਤਰਾਹ ਕਰ ਰਹੇ ਨੇ। ਸੋ ਮੈਂ ਕਹਿੰਦਾ ਜੀ ਬੜੀ ਮੰਦਭਾਗੀ ਗੱਲ ਹੈ ਵੀ ਸਰਕਾਰ ਇਹਨੂੰ ਕੰਟਰੋਲ ਨਹੀਂ ਕਰ ਸਕੀ। ਦੂਜੇ ਪਾਸੇ ਦੇਖੀਏ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਜਿਹੜੇ ਉਹਨਾਂ ਦੇ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਹ ਪੰਜਾਬ ਆਉਂਦੇ ਅਤੇ ਕਹਿੰਦੇ ਵੀ 300 ਯੂਨਿਟ ਤੱਕ ਮੈਂ ਜਿਹੜੀ ਬਿਜਲੀ ਫ੍ਰੀ ਦਊਂਗਾ, ਜਦਕਿ ਪੰਜਾਬ ਸਰਕਾਰ ਦਾ ਜਿਹੜਾ ਬਜਟ ਉਹ ਪਹਿਲਾਂ ਹੀ ਘਾਟੇ 'ਚ ਚੱਲ ਰਿਹਾ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਵੋਟਾਂ ਦੀ ਰਾਜਨੀਤੀ ਨਾ ਇਹ ਸਾਡੇ ਦੇਸ਼ ਨੂੰ ਵਾਕਈ ਬਹੁਤ ਵੱਡਾ ਨੁਕਸਾਨ ਹੋਊਗਾ। ਮੈਂ ਕਹਿੰਦਾ ਤੁਸੀਂ ਫ੍ਰੀ ਕਰਤੀ, ਚੰਗੀ ਗੱਲ ਹੈ, ਪਰ ਸੋਰਸਿਸ ਕੀ ਨੇ? ਫਿਰ ਕਿਤੇ ਇਹ ਨਾ ਹੋਵੇ ਵੀ ਆਪਾਂ 300 ਯੂਨਿਟ ਫ੍ਰੀ ਦੇ ਕੇ ਅਤੇ ਮੁੜ ਕੇ ਆਪਾਂ ਬਿਜਲੀ ਕਹੀਏ ਵੀ ਇਹ 24 ਘੰਟੇ 'ਚੋਂ 7 ਘੰਟੇ ਹੀ ਆਉਣੀ ਹੈ, ਬਾਕੀ ਆਉਣੀ ਨਹੀਂ। ਚੰਗੀ ਗੱਲ ਆ ਅਗਰ ਤੁਹਾਡੇ ਪਾਸ ਸੋਰਸਿਸ ਹੈਗੇ ਜਿਹੜੇ ਲੋੜਵੰਦ ਲੋਕਾਂ ਉਹਨਾਂ ਨੂੰ ਦੇਣਾ ਚਾਹੀਦਾ, ਪਰ ਉਹਦੀ ਹਵਾ ਵੀ ਨਾਲ ਦੀ ਨਾਲ ਨਿਕਲ ਗਈ। ਪ੍ਰਮਾਤਮਾ ਬਹੁਤ ਬੇਅੰਤ ਹੈ। ਅਤੇ ਉਦੋਂ ਜਦੋਂ ਉਹਨਾਂ ਨੇ ਅਨਾਊਂਸ ਕੀਤਾ ਵੀ 300 ਤੱਕ ਇਹ ਜਿਹੜੀ ਯੂਨਿਟ ਹੈ ਫ੍ਰੀ ਹੈ, ਲੇਕਿਨ ਜਦੋਂ ਤੁਹਾਡੇ ਹੀ ਪੱਤਰਕਾਰ ਭਾਈਚਾਰੇ 'ਚੋਂ ਕਿਸੇ ਨੇ ਕੁਐਸਚਨ ਕੀਤਾ ਵੀ ਅਗਰ 301 ਹੋ ਗਈ ਤਾਂ ਉਹ ਕਹਿੰਦੇ ਸਾਰੀ 'ਤੇ ਪੈਸੇ ਲੱਗਣਗੇ। ਅਤੇ ਭਗਵੰਤ ਮਾਨ ਸਾਹਿਬ ਨੇ ਵੀ ਕੋਲ ਬੈਠੇ ਕਿਹਾ, ਉਹਨਾਂ ਨੂੰ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਆਹ ਨਾ ਕਹੋ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਅਗਰ 301 ਹੋ ਗਿਆ ਤਾਂ 300 ਪੂਰੀ ਸਾਰੀ पे ਪੈਸੇ ਲੱਗेंगे। ਔਰ ਇਹਨਾਂ ਦਾ ਦਿੱਲੀ ਮਾਡਲ ਵੀ ਇਹੀ ਹੈ ਜੀ। ਦਿੱਲੀ ਮਾਡਲ ਇਹਨਾਂ ਦਾ 200 ਯੂਨਿਟ ਉੱਥੇ ਫ੍ਰੀ ਦਿੰਦੇ ਨੇ। ਅਗਰ 201 ਹੋ ਗਿਆ
ਤੇ ਉਹ ਸਾਰੀ ਤੇ ਪੈਸੇ ਲੈਂਦੇ ਨੇ। ਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖ ਲਓ, ਇੱਕ ਘਰ ਦੇ ਵਿੱਚ 200-300 ਯੂਨਿਟ ਤਾਂ ਕੋਈ ਵੱਡੀ ਗੱਲ ਨਹੀਂ, ਹਰੇਕ ਫੁੱਕ ਜਾਂਦੀ ਹੈ। ਸੋ ਇਹ ਇੱਕ ਲੋਲੀਪੌਪ ਹੈ, ਤੇ ਸੋਰਸਸ ਕੀ ਹੋਣਗੇ, ਪੈਸਾ ਕਿੱਥੋਂ ਆਊਗਾ, ਉਹ ਕੋਈ ਨਾ ਆਪਾਂ ਮਾਸਟਰ ਪਲਾਨ ਹੈ। ਲੇਕਿਨ ਉਹ ਫਿਰ ਵੀ ਕਹਿੰਦੇ ਮੈਂ ਤਾਂ ਜਾਦੂਗਰ ਹਾਂ, ਵੀ ਮੈਂ ਤੁਹਾਨੂੰ ਕਰਪਸ਼ਨ ਖਤਮ ਕਰਕੇ ਬਿਜਲੀ ਜਿਹੜੀ ਆ ਉਹ ਤਾਂ 300 ਯੂਨਿਟ ਫ੍ਰੀ ਦੇ ਕੇ ਦਿਖਾਊਂਗਾ। ਦੇਖੋ, ਇਹ ਕਹਿਣ ਦੀਆਂ ਗੱਲਾਂ ਨੇ। ਉਹਨਾਂ ਨੇ ਆਪਾਂ ਕਿਵੇਂ ਵਿਸ਼ਵਾਸ ਕਰ ਲਈ ਉਹਨਾਂ ਦੀ ਗੱਲ 'ਤੇ? ਜਦੋਂ ਅੰਨਾ ਹਜ਼ਾਰੇ ਜੀ ਨੇ ਅੰਦੋਲਨ ਕੀਤਾ, ਕੇਜਰੀਵਾਲ ਸਾਹਿਬ ਉੱਥੋਂ ਹੀ ਉਪਜੇ ਨੇ, ਤੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਵੀ ਮੈਂ ਕਦੇ ਵੀ ਕੋਈ ਸਿਆਸੀ ਪਾਰਟੀ ਨਹੀਂ ਬਣਾਊਂਗਾ। ਉੱਥੋਂ ਮੁੱਕਰੇ, ਸਿਆਸੀ ਪਾਰਟੀ ਬਣਾਈ। ਫਿਰ ਜਦੋਂ ਇਲੈਕਸ਼ਨ ਲੜੇ ਆ ਇਹਨਾਂ ਨੇ ਦਿੱਲੀ ਦੇ ਵਿੱਚ, ਕਹਿੰਦੇ ਵੀ ਮੈਂ ਆਪਣੇ ਦੋਨੋਂ ਬੱਚੇ ਸਾਈਡਾਂ 'ਤੇ ਖੜ੍ਹੇ ਕਰਕੇ ਉਹਨਾਂ ਦੀ ਕਸਮ ਖਾ ਕੇ ਕਿਹਾ ਵੀ ਨਾ ਮੈਂ ਬੀਜੇਪੀ ਨਾਲ ਸਮਝੌਤਾ ਕਰੂੰਗਾ, ਨਾ ਮੈਂ ਕਾਂਗਰਸ ਨਾਲ ਸਮਝੌਤਾ ਕਰੂੰਗਾ। ਲੇਕਿਨ ਉਹਨਾਂ ਨੇ ਕਾਂਗਰਸ ਨਾਲ ਸਮਝੌਤਾ ਕੀਤਾ। ਸੋ ਆਪਾਂ ਕਿਹੜੀ ਕਸਮ ਦੀ, ਕਿਹੜੀ ਵਰਡ ਦੀ ਆਪਾਂ ਗੱਲ ਕਰੀਏ, ਉਹ ਤੁਹਾਡੇ ਸਾਹਮਣੇ ਆ, ਔਨ ਰਿਕਾਰਡ ਹੈ। ਕੋਈ ਮੈਂ ਵਿੱਚ ਰੋਕਣਾ ਚਾਹੁੰਦਾ, ਕਸਮ ਤਾਂ ਕੈਪਟਨ ਸਾਹਿਬ ਨੇ ਵੀ ਖਾਧੀ ਸੀ ਵੀ ਜਦੋਂ ਮੈਂ ਆ ਗਿਆ ਨਸ਼ੇ ਵੀ ਖਤਮ ਕਰੂੰਗਾ, ਤੇ ਜਿਹੜਾ ਵੀ ਪੰਜਾਬ ਨੂੰ ਖੁਸ਼ਹਾਲ ਬਣਾਊਂਗਾ, ਨੌਕਰੀਆਂ ਵੀ ਦਊਂਗਾ ਘਰ ਘਰ। ਉਹਨੂੰ ਕਿਵੇਂ ਦੇਖਦੇ? ਫਿਰ ਦੇਖੋ, ਅੱਜ ਹਸ਼ਰ ਕੀ ਹੈ? ਇਹ ਗੁਰੂ ਪੀਰਿਆਂ ਦੀ ਧਰਤੀ ਹੈ। ਕਸਮ ਖਾਣਾ ਦੇਰ ਲੱਗਦੀ ਹੈ, ਰੱਬ ਦੇ ਘਰ 'ਚ ਦੇਰ ਹੈ, ਹਨੇਰ ਨਹੀਂ ਹੈਗਾ। ਪਰ ਅੱਜ ਉਹ ਕਸਮ ਖਾਧੀ ਦਾ ਹਸ਼ਰ ਦੇਖੋ ਕੀ ਹੈ, ਆਪਣਾ ਹਾਲ ਕੀ ਹੋਇਆ ਵਾ 4.5 ਸਾਲ ਤੋਂ ਬਾਅਦ। ਸੋ ਅੱਜ ਜਦੋਂ ਲੋਕਾਂ 'ਚ ਆਪਾਂ ਇਹ ਕਹਿ ਕੇ ਜਾਣਾ ਸੀ ਵੀ ਮੈਂ ਆਹ ਕੰਮ ਕੀਤੇ ਨੇ, ਤੇ ਲੋਕਾਂ ਨੂੰ ਦੱਸਣਾ ਸੀ ਵੀ ਆਹ ਸਾਡੀ ਕਾਰਗੁਜ਼ਾਰੀ ਹੈ, ਤੇ ਇਹਦੇ ਆਧਾਰ 'ਤੇ ਅਸੀਂ ਵੋਟਾਂ ਮੰਗਾਂਗੇ। ਅੱਜ ਅਸੀਂ ਕੁਰਸੀ ਬਚਾਉਣ ਦੇ ਜਿਹੜੇ 6 ਮਹੀਨੇ ਰਹਿ ਗਏ, ਉਹ ਕੁਰਸੀ ਆਪਣੇ ਬਚਾਉਣ ਦੇ ਚੱਕਰ 'ਚ ਕੋਈ ਲੰਚ ਡਿਪਲੋਮੈਸੀ ਹੋ ਰਹੀ ਹੈ, ਕੋਈ ਦਿੱਲੀ ਭੱਜਿਆ ਵਾ। ਜਦੋਂ ਲੋਕ ਇੱਥੇ ਤਰ੍ਹਾਂ ਕਰ ਰਹੇ ਨੇ, ਆ ਬਿਜਲੀ ਦਾ ਸੰਕਟ ਤੁਹਾਡੇ ਸਾਹਮਣੇ ਹੈ, ਸਾਰੀ ਸਰਕਾਰ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਬੈਠੀ ਰਹੀ। ਸੋ ਇਹ ਝੂਠੀਆਂ ਕਸਮਾਂ ਖਾਣਾ ਤਾਂ ਬਹੁਤ, ਮੈਂ ਕਹਿੰਦਾ ਜੀ, ਮੰਦਭਾਗਾ ਹੈ। ਸੋ ਇਸ ਤੋਂ ਵੱਡੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਉਹਨਾਂ ਨੇ। ਅੱਜ ਕਾਂਗਰਸ ਪਾਰਟੀ ਬੇਅਦਬੀ ਦੀਆਂ ਗੱਲਾਂ ਕਰਦੀ। ਮੈਂ ਕਹਿੰਦਾ ਇਹ ਛਰਿਆਂ ਇਸ ਤੋਂ ਵੱਡੀ ਬੇਅਦਬੀ ਅਕਸਰ ਗੁਟਕਾ ਸਾਹਿਬ ਵੀ ਜਿਹੜੇ ਹੈਗੇ ਨੇ, ਉਹ ਵੀ ਇੱਕ ਗੁਰਬਾਣੀ ਦਾ ਮਤਲਬ ਇੱਕ ਅੰਗ ਨੇ, ਤੇ ਉਸ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ ਜਦੋਂ ਆਪਾਂ ਗੁਟਕਾ ਸਾਹਿਬ ਦੇ ਹੱਥ 'ਤੇ ਝੂਠੀ ਸਹੁੰ ਖਾ ਲਈਏ। ਨਹੀਂ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, 1.5 ਸਾਲ ਰਹੀ ਹੈ ਜਦੋਂ ਬੇਅਦਬੀ ਹੁੰਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ। ਪਹਿਲਾਂ ਤਾਂ ਸ਼ਬਦ ਕਹਿਣਾ ਗਲਤ ਹੈ, ਪਰ ਜਦੋਂ ਇਹ ਕਿਹਾ ਜਾਂਦਾ ਹੈ, ਪਰ 1.5 ਸਾਲ ਉਦੋਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਵੀ ਰਹੀ ਹੈ, ਉਦੋਂ ਦੋਸ਼ੀ ਕਿਉਂ ਨਹੀਂ ਫੜੇ ਗਏ? ਬਾਈ ਜੀ, ਗੱਲ ਇਹ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਲਫ਼ਜ਼ ਕਹਿਣਾ ਵੀ ਗੁਰੂ ਮਹਾਰਾਜ ਦੀ ਬੇਅਦਬੀ ਅੰਦਰ, ਮਤਲਬ ਅੰਦਰ ਝੰਜੋੜਿਆ ਜਾਂਦਾ ਹੈ। ਸਿੱਖ ਕੌਮ ਦਾ ਤਾਂ ਹਿਰਦਾ ਬਲੂਦਰਿਆ ਜਾਂਦਾ। ਬਿਲਕੁਲ ਜੀ, ਮੈਂ ਕਹਿੰਦਾ ਜੀ, ਇਹ ਕਹਿਣਾ ਹੀ ਸਾਡੇ ਲਈ ਨਾ, ਸਾਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਹੈ। ਗੱਲ ਕਹਿੰਦੇ ਕਰਦੇ ਵੀ ਸਾਨੂੰ ਇਹ ਸ਼ਰਮ ਮਹਿਸੂਸ ਹੁੰਦੀ ਹੈ ਵੀ ਗੁਰੂ ਸਾਹਿਬ ਦੀ ਬੇਅਦਬੀ। ਲੇਕਿਨ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰਾ ਖਿਆਲ ਵੀ ਇਹ ਸਾਰਾ ਕੁਝ ਔਨ ਰਿਕਾਰਡ ਹੈ। ਜਦੋਂ ਗੁਰੂ ਮਹਾਰਾਜ ਦੀ ਬੇਅਦਬੀਆਂ ਹੋਈਆਂ ਨੇ, ਉਹ ਤੇ ਜਿਹੜੇ ਸ਼ਰਾਰਤੀ ਤੱਤਾਂ ਨੇ ਕੀਤੀਆਂ ਨੇ, ਉਹ ਫਿਰ ਜਦੋਂ 14 ਜਾਂ 15 ਦਿਨ ਲੰਘੇ ਸੀ, ਜਦੋਂ ਕਾਂਗਰਸ ਸਰਕਾਰ, ਇਹੀ ਕੈਪਟਨ ਸਾਹਿਬ, ਇਹਨਾਂ ਦੇ ਸੀਨੀਅਰ ਲੀਡਰਾਂ ਦੇ ਬਿਆਨ ਸੀ ਵੀ ਸਾਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਵੀ ਇਹਦੇ 'ਤੇ ਸਾਨੂੰ ਕੋਈ ਭਰੋਸਾ ਨਹੀਂ। ਸੋ ਇਸ ਕਰਕੇ ਜਿਹੜੀ ਜਾਂਚ ਹੈ ਇਹ ਤੁਸੀਂ CBI ਨੂੰ ਦੇ ਦਿਓ। ਸੋ ਮੇਰਾ ਖਿਆਲ ਦਿਨ 14 ਜਾਂ 15 ਹੀ ਨਿਕਲ ਸੀ ਜਦੋਂ CBI ਨੂੰ ਜਾਂਚ ਦੇ ਦਿੱਤੀ ਗਈ ਸੀ, ਕਿਉਂਕਿ ਉਹਨਾਂ ਨੇ ਬਾਰ-ਬਾਰ ਕਿਹਾ ਵੀ ਤੁਹਾਡੇ 'ਤੇ ਭਰੋਸਾ ਨਹੀਂ। ਸੋ ਇਸ ਕਰਕੇ ਉਹ ਬੜਾ ਮੰਦਭਾਗੀ ਗੱਲ ਆ ਵੀ ਉਹ 1.5 ਸਾਲ ਉਹ ਵੀ ਲੰਘ ਗਿਆ, ਤੇ 4.5 ਸਾਲ ਇਹਨਾਂ ਨੇ ਵੀ ਲੰਘਾਤੇ। ਨਹੀਂ, ਹੁਣ ਤੁਸੀਂ ਦੇਖਿਆ ਹੋਣਾ ਵੀ ਜਿਹੜੀ ਇੱਥੇ ਅਨਮੋਲ ਗਗਨਮਾਨੀ ਕਾਪਤ ਪਾਰਟੀ ਤੋਂ ਹੈ, ਉਹਨਾਂ ਨੇ ਇੱਕ ਬਲੇਮ ਕੀਤਾ, ਕਹਿੰਦੇ ਵੀ ਜੇ ਸਾਡੀ ਸਰਕਾਰ ਬਣਦੀ ਹੈ, ਉਹਨਾਂ ਨੇ ਸ਼ਰੇਆਮ ਮੈਨੂੰ ਲਾਈਵ ਰਿਕਾਰਡ 'ਚ ਕਿਹਾ ਵੀ ਜੇ ਸਾਡੀ ਸਰਕਾਰ ਬਣਦੀ ਹੈ ਬਾਦਲ ਸਾਹਿਬ, ਅਸੀਂ ਨਹੀਂ ਛੱਡਣਾ, ਅਸੀਂ ਸਭ ਤੋਂ ਪਹਿਲਾਂ ਆ ਕੇ ਅੰਦਰ ਦਿਆਂਗੇ। ਕੀ ਤੁਸੀਂ ਇਹਨੂੰ ਕਿਵੇਂ ਦੇਖਦੇ? ਦੇਖੋ, ਇਹ ਗੱਲ ਤਾਂ ਕੈਪਟਨ ਸਾਹਿਬ ਨੇ ਵੀ ਕਹੀ ਸੀ। ਅਸੀਂ ਕਹਿੰਦੇ ਜਿਹੜਾ ਦੋਸ਼ੀ ਆ, ਕੋਈ ਵੀ ਆ, ਬਾਦਲ ਸਾਹਿਬ ਆ, ਹੋਰ ਆ, ਕੋਈ ਵੀ ਬੰਦਾ ਹੈ, ਤੁਸੀਂ ਫੜ ਕੇ ਅੰਦਰ ਦਿਓ। ਤੁਸੀਂ ਸਰਕਾਰ, ਹੁਣ ਤਾਂ ਦੇਖੋ ਕਾਂਗਰਸੀ ਤਾਂ ਤੁਹਾਡੇ ਇਹ ਗੱਲ ਤਾਂ ਕੈਪਟਨ ਸਾਹਿਬ ਨੇ ਵੀ ਕਹੀ ਸੀ ਵੀ 1 ਮਹੀਨੇ ਦੇ ਵਿੱਚ ਮੈਂ ਬਾਦਲਾਂ ਨੂੰ ਅੰਦਰ ਕਰ ਦੂੰਗਾ। ਅਕਸਰ ਕਾਨੂੰਨ ਹੈ, ਕੋਈ ਸੰਵਿਧਾਨ ਹੈ, ਤੇ ਇਹ ਗੱਲ ਕਹਿ ਕੇ ਤਾਂ ਉਹਨਾਂ ਨੇ ਉਦੋਂ ਵੋਟਾਂ ਲਈਆਂ ਸੀ। ਇਹੀ ਗੱਲ ਹੁਣ ਬਟੋਰ ਇਹ ਕਹਿ ਕੇ ਵੋਟਾਂ ਲੈਣ ਨੂੰ ਫਿਰਦੇ ਨੇ ਆਮ ਆਦਮੀ ਪਾਰਟੀ ਵਾਲੇ। ਪਰ ਬੜੇ ਦੁਖਦਾਈ ਔਰ ਬੜੇ ਮੰਦਭਾਗੀ ਗੱਲ ਹੈ ਵੀ ਅਸੀਂ ਗੁਰੂ ਮਹਾਰਾਜ ਦੇ ਨਾਮ 'ਤੇ ਵੀ ਸਿਆਸਤ ਕਰ ਰਹੇ ਹਾਂ, ਤੇ ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਵੀ ਇਹ ਜੋ ਲੋਕ ਸਿਆਸਤ ਕਰਦੇ ਨੇ, ਪ੍ਰਮਾਤਮਾ ਇਹਨਾਂ ਨੂੰ ਵੀ ਪਾਸੇ ਰੱਖ ਕੇ ਤੂੰ ਤਾਂ ਆਪ ਸਮਰੱਥ ਆ, ਤੂੰ ਆਪਣੇ ਆਪ ਹੀ ਸਜ਼ਾ ਦੇ। ਜਿਹੜੇ ਦੋਸ਼ੀ ਨੇ, ਮੈਂ ਕਹਿੰਦਾ ਉਹਨਾਂ ਦਾ ਕੱਖ ਨਾ ਰਹੇ। ਸਾਡੀ ਪਾਰਟੀ ਪ੍ਰਧਾਨ ਨੇ ਵੀ ਗੱਲ ਕਹੀ ਸੀ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਪਰਿਵਾਰਾਂ ਦਾ, ਉਹਨਾਂ ਦਾ ਕੱਖ ਨਾ ਰਹੇ। ਅਸੀਂ ਅਰਦਾਸ ਕਰਦੇ ਹਾਂ। ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਜਦੋਂ ਇਹ ਗੱਲ ਅਸੀਂ ਵੀ ਕਹਿ ਰਹੇ ਹਾਂ ਹੁਣ ਵੀ ਜਿਹੜੇ ਦੋਸ਼ੀ ਨੇ, ਜੇ ਸਰਕਾਰ ਨੇ ਸਿਆਸਤ ਕਰਨੀ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਵੀ ਮਹਾਰਾਜ ਤੂੰ ਤਾਂ ਸਮਰੱਥ ਹੈ, ਤੂੰ ਹੀ ਸਜ਼ਾ ਦੇ ਇਹਨਾਂ ਲੋਕਾਂ ਨੂੰ।
ਇੱਕ ਅੱਜ ਸਵੇਰੇ ਅਸੀਂ ਸੁਣ ਰਹੇ ਸੀ ਭਗਵੰਤ ਮਾਨ ਜੀ ਕਹਿੰਦੇ ਆ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਤੁਹਾਡੀ ਪਾਰਟੀ ਦੇ ਪ੍ਰਧਾਨ ਹੈ ਉਹ ਮਾਈਨਿੰਗ ਦੇਖਣ ਜਾਂਦੇ ਆ ਕਿਤੇ, ਪਰਸੋਂ ਵੀ ਗਏ, 3 ਦਿਨ ਪਹਿਲਾਂ ਕਿਤੇ ਗਏ, ਅੱਜ ਫੇਰ ਜਾਂਦੇ, ਤੇ ਉਹ ਕਹਿੰਦੇ ਆ ਉਹਨਾਂ ਦਾ ਬਲੇਮ ਇਹ ਲਾਇਆ ਵੀ ਸੁਖਬੀਰ ਸਿੰਘ ਬਾਦਲ ਤਾਂ ਆਪ ਹੀ ਚਲਾ ਕੇ ਗਿਆ ਤੇ ਹੁਣ ਅੱਜ ਆਪਣਾ ਹਿੱਸਾ ਲੈਣਗੇ। ਇਹਨੂੰ ਕਿਵੇਂ ਦੇਖਦੇ? ਦੇਖੋ, ਮਾਈਨਿੰਗ ਕੋਈ ਸੁਖਬੀਰ ਸਿੰਘ ਬਾਦਲ ਦੇ ਰਾਜ 'ਚ ਨਹੀਂ ਚੱਲੀ, ਮਾਈਨਿੰਗ ਤਾਂ ਪਹਿਲਾਂ ਤੋਂ ਹੀ ਚੱਲਦੀ ਆਉਂਦੀ ਹੈ। ਪਰ ਇੱਕ ਮੈਂ ਤੁਹਾਨੂੰ ਦੱਸ ਦਿੰਦਾ, ਜਦੋਂ ਸੁਖਬੀਰ ਸਿੰਘ ਬਾਦਲ ਦਾ ਰਾਜ ਸੀ ਉਦੋਂ ਜਿਹੜਾ ਰੇਤਾ 16 ਤੋਂ 17 ਰੁਪਏ ਮਿਲਦਾ ਸੀ ਤੇ ਅੱਜ 35 ਰੁਪਏ ਨੂੰ ਵੀ ਮਿਲ ਨਹੀਂ ਰਿਹਾ। ਸੋ ਅੱਜ ਜੋ ਲੁੱਟ ਮਚੇ, ਇਹ ਤਾਂ ਹੁਣ ਦੋਸ਼ ਹੈ ਜੀ, ਦੋਸ਼ ਤਾਂ ਹੁਣ ਕੋਈ ਕਿਸੇ ਤੇ ਲਾ ਦੇਵੇ। ਅੱਜ ਤੁਸੀਂ ਲੋਕਾਂ ਨੇ ਪੁੱਛ ਕੇ ਦੇਖੋ, ਉਹ ਕਹਿੰਦੇ ਵੀ 16 ਰੁਪਏ ਸਾਨੂੰ ਰੇਤਾ ਮਿਲਦਾ ਸੀ, ਅੱਜ 35 ਰੁਪਏ ਨੂੰ ਸਾਨੂੰ ਰੇਤਾ, ਉਹ ਵੀ ਜਲੀਲ ਹੋ ਕੇ ਪਤਾ ਨਹੀਂ ਕੀ ਕੁਛ ਕਰਨਾ ਪੈਂਦਾ। ਸੋ ਇਹ ਕਹਿਣ ਦੀਆਂ ਗੱਲਾਂ ਨੇ ਜੀ, ਇਹ ਬਲੇਮ ਤਾਂ ਹੁਣ ਕੋਈ ਆਪੋਜੀਸ਼ਨ ਦਾ ਕੰਮ ਹੈ, ਬਲੇਮ ਲਾਉਣਾ ਮਤਲਬ ਲਾ ਦੇਵੇ, ਦੂਜੀ ਵਿਰੋਧੀ ਪਾਰਟੀਆਂ ਲਾਉਣੀਆਂ ਉਹ ਲਾਉਣ, ਉਹ ਗੱਲ ਅਲੱਗ ਹੈ। ਪਰ ਉਹਨਾਂ ਦੇ ਰਾਜ 'ਚ ਲੋਕਾਂ ਨੂੰ ਪੁੱਛ ਕੇ ਦੇਖੋ, ਅੱਜ ਲੋਕ ਕਹਿੰਦੇ ਨੇ ਵੀ ਸਾਨੂੰ 16 ਤੋਂ 17 ਰੁਪਏ ਰੇਤਾ ਮਿਲਦਾ ਸੀ, ਅੱਜ 35 ਰੁਪਏ ਸਾਨੂੰ ਰੇਤਾ ਮਿਲ ਰਿਹਾ। ਹੁਣ 4.5 ਸਾਲ ਹੋ ਗਏ ਸਰਕਾਰ ਆਇਆ ਕਾਂਗਰਸ ਦੀ, ਲੇਕਿਨ ਅਸੀਂ ਦੇਖਦੇ ਹਾਂ ਵੀ ਸਾਨੂੰ ਫੀਲਡ ਵਿੱਚ ਕੈਪਟਨ ਸਾਹਿਬ ਬਹੁਤਾ ਟਾਈਮ ਨਹੀਂ ਮਿਲੇ। ਇਹਦੇ ਬਾਰੇ ਕੀ ਕਹੋਗੇ? ਦੇਖੋ, ਇਹ ਬੜੀ ਮੰਦਭਾਗੀ ਗੱਲ ਹੈ। ਮੇਰਾ ਖਿਆਲ 4.5 ਸਾਲ 'ਚ ਕੈਪਟਨ ਸਾਹਿਬ 7 ਵਾਰ ਪੰਜਾਬ 'ਚ ਆਏ, 7-8 ਵਾਰ ਗਏ ਨੇ ਜੀ। ਸੋ ਜੇ ਕਿਸੇ ਘਰ ਦਾ, ਕਿਸੇ ਪਰਿਵਾਰ ਦਾ, ਕਿਸੇ ਸਟੇਟ ਦਾ ਜੇ ਮੁਖੀਆ ਹੀ ਨਹੀਂ ਆਪ ਜਾਊਗਾ ਤੇ ਥੱਲੇ ਉਹ ਕਹਿੰਦੇ ਵੀ ਖੈਰ ਕੈਪਟਨ ਸਾਹਿਬ ਤਾਂ ਖੁਦ ਆਪ ਮਿਲਟਰੀ 'ਚੋਂ ਕੈਪਟਨ ਰਹੇ ਨੇ, ਤੇ ਜਦੋਂ ਕਮਾਂਡਰ ਅੱਗੇ ਹੋ ਕੇ ਨਹੀਂ ਲੜੂਗਾ ਨਾ ਤਾਂ ਫੌਜਾਂ ਨਹੀਂ ਲੜਦੀਆਂ ਹੁੰਦੀਆਂ, ਜੇ ਕਮਾਂਡਰ ਅੱਗੇ ਨਹੀਂ ਹੋਊਗਾ ਫੌਜ ਨਹੀਂ ਲੜਦੀ ਹੁੰਦੀ। ਸੋ ਕੈਪਟਨ ਸਾਹਿਬ ਆਪ ਘਰ ਬੈਠੇ ਨੇ ਤੇ ਬਾਕੀ ਮੰਤਰੀ ਅੰਦਰ ਬੈਠੇ ਨੇ, ਬਾਕੀ ਸਾਰੀ ਜਿਹੜੀ ਉਹਨਾਂ ਦੀ ਆਪਣੇ ਥੱਲੇ MLA ਸਾਹਿਬਾਨ ਨੇ ਜਾਂ ਹੋਰ ਜਿੰਨਾ ਵੀ ਸਿਸਟਮ ਹੈ ਉਹ ਸਾਰੇ ਅੰਦਰ ਆਪਣਾ ਬੈਠੇ ਨੇ। ਅਫੀਸਰ ਸਾਹਿਬਾਨ ਆਪਣਾ ਵਧੀਆ ਉਹਨਾਂ ਨੂੰ ਆਪਣਾ ਚਲਾ ਰਹੇ ਨੇ, ਸਾਰੀ ਸਰਕਾਰ ਉਹੀ ਚਲਾ ਰਹੇ ਨੇ, ਕਿਉਂਕਿ ਸਰਕਾਰ ਜੇ ਲੋਕਾਂ 'ਚ ਨਹੀਂ ਜਾਊਗੀ ਤੇ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਕਿਵੇਂ ਪਹੁੰਚਣਗੀਆਂ। ਸੋ ਮੇਰਾ ਖਿਆਲ ਵੀ ਕੈਪਟਨ ਸਾਹਿਬ ਨੇ ਤਾਂ ਰਿਕਾਰਡ ਹੀ ਕਾਇਮ ਕਰਤਾ ਵੀ 4.5 ਸਾਲ 'ਚ 7 ਜਾਂ 8 ਵਾਰ ਪੰਜਾਬ 'ਚ ਗਏ ਨੇ। ਹੁਣ ਤੁਸੀਂ ਕਿਹਾ ਵੀ ਮੰਤਰੀ ਅੰਦਰ ਬੈਠਦੇ ਆ, ਲੇਕਿਨ ਤੁਸੀਂ ਹੀ ਪ੍ਰੋਟੈਸਟ ਕੀਤਾ ਪਿੱਛੇ, ਜਿਹੜੇ ਕੈਬਨਿਟ ਮੰਤਰੀ ਆਪਣੇ ਪੰਜਾਬ ਦੇ ਹੈਲਥ ਦੇ ਨੇ, ਬਲਬੀਰ ਸਿੰਘ ਸਿੱਧੂ, ਤੁਸੀਂ ਹੀ ਬਲੇਮ ਲਾਇਆ ਵੀ ਇਹ ਜਿਹੜੇ ਪੈਸੇ ਖਾ ਗਏ ਇੰਜੈਕਸ਼ਨਾਂ 'ਚ, ਤੇ ਤੁਸੀਂ ਕਹਿੰਦੇ ਹੋ ਅੰਦਰ ਬੈਠਦੇ, ਫਿਰ ਉਹ ਅੰਦਰ ਬੈਠੇ ਹੀ ਖਾ ਗਏ। ਨਹੀਂ, ਪੈਸੇ ਖਾਣ ਲਈ ਤਾਂ ਬਾਹਰ ਜਾਣ ਦੀ ਲੋੜ ਨਹੀਂ ਹੁੰਦੀ। ਪਰ ਅਸੀਂ ਦੇਖੋ, ਮੈਂ ਇਹ ਨਹੀਂ ਕਹਿੰਦਾ ਵੀ ਕੌਣ ਦੋਸ਼ੀ, ਅਸੀਂ ਤਾਂ ਕਹਿੰਦੇ ਵੀ ਜਿਹੜੇ ਬੰਦੇ ਦੋਸ਼ੀ ਨੇ, ਉਹਦੇ, ਇਹ ਸਰਕਾਰ ਦਾ ਕੰਮ ਹੈ ਜਾਂਚ ਕਰਨਾ। ਜਿਹੜਾ ਬੰਦਾ ਦੋਸ਼ੀ ਹੈ ਤੇ ਮਹਾਮਾਰੀਦਾਰ ਜਿਹਨੇ ਪੈਸਾ ਖਾਧਾ, ਮੇਰਾ ਖਿਆਲ ਹੈ ਇਹ ਜ਼ਹਿਰ ਤੋਂ ਵੀ ਵੱਧ ਖਾਣ ਵਾਲੀ ਗੱਲ ਹੈ, ਵੀ ਮਤਲਬ ਵੀ ਮਹਾਮਾਰੀ ਦਾ ਪੈਸਾ ਖਾਣਾ। ਸੋ ਬਹੁਤ ਮੰਦਭਾਗਾ। ਜਿਹੜੇ ਬੰਦੇ ਦੋਸ਼ੀ ਨੇ, ਕੋਈ ਵੀ ਹੈ, ਭਾਵੇਂ ਇਹਦੇ 'ਚ ਅਫੀਸਰ ਸਾਹਿਬਾਨ ਨੇ, ਮੰਤਰੀ ਸਾਹਿਬਾਨ ਨੇ, ਕੋਈ ਪੰਜਾਬ ਸਰਕਾਰ ਦਾ ਕੋਈ ਹੈ, ਉਹਦੀ ਜਾਂਚ ਕਰਕੇ ਉਹਨਾਂ ਨੂੰ ਜ਼ਰੂਰ ਸਜ਼ਾ ਦੇਣੀ ਚਾਹੀਦੀ ਹੈ। ਇਹ ਲੋਕਾਂ ਨੇ ਜਦੋਂ ਮਹਾਮਾਰੀ 'ਚ ਤਾਂ ਦੇਖੋ ਲੋਕਾਂ ਨੇ ਆਪਣੇ ਗਹਿਣੇ ਤੱਕ ਵੇਚ ਕੇ ਦੂਜਿਆਂ ਦਾ ਇਲਾਜ ਕਰਾਇਆ, ਲੋਕਾਂ ਨੇ ਜੋ ਤਿਲ ਫੁੱਲ ਹੈਗਾ ਤਾਂ ਲੰਗਰ ਲਾ ਕੇ, ਆਕਸੀਜਨ ਦੇ ਲੰਗਰ ਲਾ ਕੇ, ਦੂਜੇ ਲੰਗਰ ਲਾ ਕੇ ਤੇ ਕੋਵਿਡ ਸੈਂਟਰ ਬਣਾ ਕੇ ਲੋਕਾਂ ਨੇ ਤਾਂ ਹੈਲਪ ਕਰਨ ਦੀ ਕੋਸ਼ਿਸ਼ ਕੀਤੀ। ਅਗਰ ਜੇ ਇਹਦੇ 'ਚ ਪੈਸਾ ਖਾਧਾ ਗਿਆ ਤਾਂ ਮੇਰਾ ਖਿਆਲ ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ। ਤੇ ਆਪਾਂ ਜੇ ਗੱਲ ਕਰੀਏ ਇਸ ਟਾਈਮ ਜੋ ਹਾਲਾਤ ਬਣੇ ਹੋਏ ਆ ਵੀ ਕਾਂਗਰਸ 'ਚ ਫੁੱਟ ਵੀ ਪੈ ਚੁੱਕੀ ਹੈ, ਤੁਸੀਂ ਜਾਣਦੇ ਹੀ ਹੋ, ਜੱਗ ਜ਼ਾਹਿਰ ਹੈ, ਉਹਨੂੰ ਕਿਵੇਂ ਲੈਂਦੇ ਹੋ? ਨਹੀਂ, ਦੇਖੋ, ਜੇ ਜਿਹੜੀਆਂ ਝੂਠੀਆਂ ਸੌਹਾਂ ਖਾਧੀਆਂ ਨਾ ਜੀ, ਉਹਦਾ ਅਸਰ ਇਹੀ ਹੈ। ਇਹ ਸਾਰਾ ਕੁਝ ਜਿਹੜੀ ਫੁੱਟ ਹੈ ਹੋਰ ਹੈ ਨਾ ਜੀ, ਜਦੋਂ ਆਪਾਂ ਝੂਠ ਬੋਲ ਕੇ ਕੋਈ ਕੰਮ ਕਰਦੇ ਹਾਂ। ਅੱਜ ਦੇਖੋ, ਕੈਪਟਨ ਸਾਹਿਬ ਨੇ ਜੇ ਝੂਠੀ ਸਹੁੰ ਖਾਧੀ ਸੀ ਤੇ ਸਾਰੀ ਸੀਨੀਅਰ ਲੀਡਰਸ਼ਿਪ ਵੀ ਉੱਥੇ ਹੀ ਖੜੀ ਸੀ। ਸੋ ਜਦੋਂ ਉਹ ਸਾਰੇ ਹਾਂ 'ਚ ਹਾਂ ਮਿਲਾਉਣ ਵਾਲੇ ਸੀ, ਉਹ ਸਾਰਿਆਂ ਨੇ ਮਿਲ ਕੇ ਹੀ ਸਾਰਾ ਕੁਝ ਕੀਤਾ ਤੇ ਅੱਜ ਸਾਰਾ ਦੋਸ਼ ਕੈਪਟਨ ਸਾਹਿਬ 'ਤੇ ਲਾ ਰਹੇ ਨੇ ਵੀ ਕੈਪਟਨ ਸਾਹਿਬ ਨੇ ਵਾਅਦੇ ਨਹੀਂ ਪੂਰੇ ਕੀਤੇ, ਕੈਪਟਨ ਸਾਹਿਬ ਨੇ ਵਾਅਦੇ ਨਹੀਂ ਪੂਰੇ ਕੀਤੇ। ਉਹ ਤਾਂ ਸਾਰਿਆਂ ਨੂੰ ਪਤਾ ਸੀ ਵੀ ਜੋ ਅਸੀਂ ਕਹਿ ਰਹੇ ਹਾਂ। ਦੇਖੋ, 60 ਲੱਖ ਪਰਿਵਾਰ ਹੈ ਪੰਜਾਬ ਦੇ ਵਿੱਚ, ਤੇ ਜੇ ਆਪਾਂ ਸਰਕਾਰੀ ਇੰਪਲਾਈ ਲਾਈਏ, ਮੇਰਾ ਕਿਹਾ 5 ਲੱਖ ਦੇ ਕਰੀਬ ਹੈ। 70 ਸਾਲਾਂ 'ਚ ਤਾਂ 5 ਲੱਖ ਇੰਪਲਾਈ ਹੈ, ਤੇ ਆਪਾਂ ਆਉਣ ਵਾਲੇ 5 ਸਾਲ 'ਚ ਕਿਵੇਂ 60 ਲੱਖ ਬੰਦਿਆਂ ਨੂੰ ਹੋਰ ਰੁਜ਼ਗਾਰ ਦੇ ਦਾਂਗੇ। ਸੋ ਇਹ ਬਹੁਤ ਵੱਡਾ ਝੂਠ ਸੀ ਜੀ। ਹਰ ਇਹ ਪਲੈਨਡ ਮਤਲਬ ਕਿ ਝੂਠ ਬੋਲਿਆ ਗਿਆ, ਪਰ ਇਹਦੇ 'ਚ ਦੋਸ਼ੀ ਇਕੱਲੇ ਕੈਪਟਨ ਸਾਹਿਬ ਨਹੀਂ, ਇਹ ਪੂਰੇ ਸਾਰੇ ਜਿੰਨੇ ਇਹਨਾਂ ਦੇ ਲੀਡਰ ਸਾਹਿਬਾਨ ਨੇ, ਸਾਰੇ ਸਟੇਜ 'ਤੇ ਖੜ੍ਹੇ ਸੀ, ਸਾਰੇ ਦੋਸ਼ੀ ਨੇ। ਜਦੋਂ ਉਹਨਾਂ ਨੇ ਸਹੁੰ ਖਾਧੀ ਹੈ, ਸਾਰਿਆਂ ਨੇ ਇਹਨਾਂ ਨੇ ਜਕਾਰੇ ਛੱਡੇ ਨੇ, ਸਾਰੇ ਦੋਸ਼ੀ ਨੇ। ਮੈਂ ਤਾਂ ਮੰਨਦਾ ਸਾਰੇ ਦੋਸ਼ੀ ਨੇ। ਹੁਣ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਸ਼੍ਰੋਮਣੀ ਅਕਾਲੀ ਦਲ ਨੇ ਥੋੜ੍ਹੇ ਦਿਨ ਪਹਿਲਾਂ ਹੁਣ ਬਸਪਾ ਜਿਹੜੀ ਬਹੁਜਨ ਸਮਾਜ ਪਾਰਟੀ ਹੈ, ਇਹਦੇ ਨਾਲ ਸਮਝੌਤਾ ਕੀਤਾ। ਇਹਦੇ ਬਾਰੇ ਕੀ ਕਹੋਗੇ? ਦੇਖੋ, ਸਾਡਾ ਸਮਝੌਤਾ 1996 'ਚ ਵੀ ਹੋਇਆ ਸੀ, ਕਿਸੇ ਕਾਰਨ ਠੀਕ ਹੈ ਟੁੱਟ ਗਿਆ, ਪਰ ਉਦੋਂ ਹੁੰਝਾ ਫਿਰ ਜਿੱਤ ਹਾਸਲ ਕੀਤੀ ਸੀ। 13 ਦੇ ਵਿੱਚੋਂ 11 ਸੀਟਾਂ ਅਸੀਂ ਜਿੱਤੇ ਸੀ। ਜਿਹੜੀਆਂ 2 ਸੀਟਾਂ ਹਾਰੇ ਸੀ ਉਹ ਵੀ ਬਹੁਤ ਘੱਟ ਮਾਰਜਨ 'ਤੇ ਹਾਰੇ ਸੀ ਅਸੀਂ। ਸੋ
ਹੁਣ ਜੋ ਸਮਝੌਤਾ ਹੋਇਆ ਇਸੀ ਬੁਖਲਾਹਟ 'ਚ ਆ ਕੇ ਤਾਂ ਜਿਹੜੀਆਂ ਬਾਕੀ ਪਾਰਟੀਆਂ ਉਹ ਮਤਲਬ ਵਿੰਗੇ ਟੇਢੇ ਬਿਆਨ ਦੇ ਰਹੀਆਂ ਨੇ, ਕਿਉਂਕਿ ਹੜਕੰਬ ਮਚਿਆ ਪਿਆ। ਔਰ ਇਹ ਜਿਹੜਾ ਸਮਝੌਤਾ ਹੋਇਆ ਤੁਸੀਂ ਦੇਖਿਓ 2022 'ਚ ਇਹ ਹੁੰਜਾ ਫਿਰ ਜਿੱਤ ਹਾਸਲ ਕਰੂਗਾ। ਨਹੀਂ, ਹੁਣ ਇੱਕ ਆਮ ਆਦਮੀ ਪਾਰਟੀ ਹੈ, ਉਹਦਾ ਤਾਂ ਬਿਆਨ ਇਹ ਆ ਰਿਹਾ ਵਾਰ-ਵਾਰ ਵੀ ਸਾਡੀ ਤਾਂ 100 ਸੀਟਾਂ ਆਉਣਗੀਆਂ, ਬਸ 117 ਚੋਂ 100 ਸਾਨੂੰ ਆਉਣਗੀਆਂ। ਉਹ ਕਿਵੇਂ ਦੇਖੋ ਮੈਂ ਤਾਂ ਉਹਨਾਂ ਦਾ ਕਹੇ ਦਾ ਕੀ ਕਹਿਣਾ ਹੈ, ਹੋ ਸਕਦਾ 117 'ਚ ਉਹਨਾਂ ਨੂੰ 150 ਆ ਜਾਵੇ, ਸ਼ਾਇਦ ਹਰਿਆਣੇ ਦੀ ਆ ਜਾਣ ਕੁਛ। ਪਿਛਲੀ ਵਾਰ ਵੀ ਉਹਨਾਂ ਨੇ ਕਿਹਾ ਸੀ ਅਬ ਕੀ ਬਾਰ 100 ਕੇ ਪਾਰ। ਤੁਸੀਂ ਆਮ ਨਾਅਰੇ ਲਿਖੇ ਵੇ ਦੇਖੇ ਹੈ ਟਿਊਬਲਾਂ ਤੇ ਹੋਰ ਕਿਤੇ ਪਿੰਡ 'ਚ ਬੜੋ, ਉੱਥੇ ਲਿਖਿਆ ਹੁੰਦਾ ਅਬ ਕੀ ਬਾਰ 100 ਕੇ ਪਾਰ, ਤੇ ਸੀਟਾਂ ਰਹਿ ਗਈਆਂ 20 ਨੂੰ ਵੀ ਛੱਡੋ, ਜੋ 20 ਆਈਆਂ ਤੇ ਉਹ ਹਸ਼ਰ ਕੀ ਹੋਇਆ 4.5 ਸਾਲ 'ਚ। ਦੇਖੋ ਪੰਜਾਬ ਦੇ ਲੋਕ ਇਮੋਸ਼ਨਲ ਜ਼ਰੂਰ ਹੈ, ਪਰ ਪੜ੍ਹੇ ਲਿਖੇ ਨੇ, ਸਮਝ ਰੱਖਦੇ ਨੇ, ਪਰ ਉਹ ਹੁਣ ਇਹ ਜੋ ਮਤਲਬ ਕਿਸੇ ਦੇ ਗੱਲਾਂ 'ਚ ਨਹੀਂ ਆਉਣਗੇ। ਉਹਨਾਂ ਨੇ 4.5 ਸਾਲ ਦਾ ਕੈਪਟਨ ਸਾਹਿਬ ਦਾ ਸਮਾਂ ਵੀ ਆ ਦੇਖ ਲਿਆ, ਤੇ ਆਮ ਆਦਮੀ ਪਾਰਟੀ ਦੇ ਜਿਹੜੇ 20 ਜਿੱਤੇ ਸੀ ਉਹਨਾਂ ਦਾ ਹਾਲ ਵੀ ਦੇਖ ਲਿਆ ਵੀ ਕਿੰਨੇ ਧੜੇ ਵੰਡੇ ਗਏ, ਕਿੱਥੇ ਲੋਕਾਂ ਦੀ ਗੱਲ ਕਰਨੀ ਸੀ, ਕਿੱਥੇ ਕੋਈ ਕਾਂਗਰਸ ਚਲੇ ਗਿਆ, ਕਿਸੇ ਨੇ ਆਪਣੀ ਪਾਰਟੀ ਬਣਾ ਲਈ, ਕੋਈ ਕਿੱਧਰੇ ਤੁਰਿਆ ਫਿਰਦਾ, ਕੋਈ ਫਿਰ ਵਾਪਸ ਉੱਥੇ ਚਲੇ ਗਿਆ। ਸੋ ਲੋਕਾਂ ਨੂੰ ਇਹ ਵੀ ਪਤਾ ਹੈ ਵੀ ਜੇ ਕੱਲ੍ਹ ਨੂੰ ਬਣਾਉਣੇ ਤੇ ਚਲਾਉਣਾ ਵੀ ਹੈ ਨਾ ਪੰਜਾਬ ਨੂੰ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ 20 MLA ਜਿੱਤ ਕੇ ਇਕੱਠੇ ਨਹੀਂ ਰਹਿ ਸਕੇ ਤੇ 100 ਜਿੱਤ ਕੇ ਤਾਂ ਫਿਰ ਕੀ ਅਸਰ ਹੋਊਗਾ ਤੁਹਾਨੂੰ। ਜਿਹੜੇ ਕੁੰਵਰ ਵਿਜੇ ਪ੍ਰਤਾਪ ਹੁਣ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਉਹਨੂੰ ਕਿਵੇਂ ਦੇਖਦੇ? ਦੇਖੋ ਉਹ ਤਾਂ ਅਸੀਂ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਵੀ ਜਿਹੜਾ ਇਹ ਆਫੀਸਰ ਲਾਇਆ ਹੋਇਆ ਇਹ ਪੋਲੀਟੀਕਲ ਇੰਟਰਸਟ ਰੱਖਦਾ ਹੈ, ਇਹ ਪੋਲੀਟੀਕਲ ਗੇਮ ਖੇਡ ਰਿਹਾ ਵੀ ਤੁਸੀਂ ਇਹ ਸਾਨੂੰ ਇਹ ਤੋਂ ਇਨਸਾਫ ਦੀ ਉਮੀਦ ਨਹੀਂ ਹੈਗੀ। ਇਹ ਪਹਿਲੇ ਦਿਨ ਤੋਂ ਅਕਾਲੀ ਦਲ ਕਹਿੰਦਾ ਆ ਰਿਹਾ ਸੀ, ਲੇਕਿਨ ਹੁਣ ਉਹ ਬਿੱਲੀ ਥੈਲਿਓਂ ਬਾਹਰ ਆ ਗਈ, ਉਹ ਸੱਚ ਸਾਹਮਣੇ ਆ ਗਿਆ। ਜਦੋਂ ਰਿਪੋਰਟ ਪੇਸ਼ ਕੀਤੀ, ਪਹਿਲਾਂ ਤਾਂ ਇਹ ਦੇਖੋ ਵੀ ਜਿਹੜੀ ਉਹ ਸਿੱਟ ਬਣੀ ਸੀ ਉਹ ਤਾਂ ਬਾਕੀ ਮੈਂਬਰ ਸਾਰੇ ਰਿਜ਼ਾਈਨ ਕਰ ਗਏ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇੱਕ ਇਨਵੈਸਟੀਗੇਸ਼ਨ ਸਹੀ ਹੋ ਹੀ ਨਹੀਂ ਰਹੀ। ਉਹਨੂੰ ਇੱਕ ਤਰੀਕੇ ਇਹ ਕਿਹਾ ਜਾਂਦਾ ਬਾਦਲਾਂ ਨੂੰ ਅੰਦਰ ਕਰਨਾ, ਉਹ ਕਰਕੇ ਤਿਆਰੀ ਕੀਤੀ ਜਾ ਰਹੀ ਹੈ, ਸੱਚ ਤਾਂ ਸਾਹਮਣੇ ਨਹੀਂ ਆ ਰਿਹਾ। ਸੋ ਰਿਜ਼ਾਈਨ ਕਰ ਗਏ। ਉਹ ਤੋਂ ਬਾਅਦ ਜਦੋਂ ਇਹ ਚਲਾਨ ਪੇਸ਼ ਕੀਤਾ ਗਿਆ ਹਾਈ ਕੋਰਟ ਦੇ ਵਿੱਚ, ਹਾਈ ਕੋਰਟ 'ਚ ਦੇਖੋ ਅਕਾਲੀ ਦਲ ਨੇ ਤਾਂ ਜਾ ਕੇ ਆਪਣੇ ਵਕੀਲ ਨਹੀਂ ਸੀ ਖੜਾ ਕੀਤਾ। ਇਹ ਤਾਂ ਮੈਂ ਕਹਿੰਦਾ ਉਸ ਪਰਮਪਿਤਾ ਪਰਮਾਤਮਾ ਦੀ ਕਿਰਪਾ ਹੋਈ ਹੈ, ਉਸ ਮਹਾਰਾਜ ਨੇ ਸੱਚ ਨੂੰ ਸਾਹਮਣੇ ਲਿਆਂਦਾ। ਅਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਇੱਕ ਜੋ ਉਹਨਾਂ ਦਾ ਪਹਿਰਾ ਸੀ ਉਹ ਤਾਂ ਕਮੈਂਟਸ ਕੀਤਾ, ਔਰ ਜੋ ਕਮੈਂਟਸ ਕੀਤਾ ਤੁਹਾਨੂੰ ਵੀ ਪਤਾ, ਸਾਰੇ ਲੋਕਾਂ ਨੂੰ ਪਤਾ ਵੀ ਕੀ ਕੁਛ ਉਹਨਾਂ ਨੇ ਬੋਲਿਆ। ਸੋ ਉਹ ਤੋਂ ਬਾਅਦ ਦਾ ਹਾਲ ਦੇਖ ਲਓ, ਅਜੇ ਸਿੱਟ ਦਾ ਅਜੇ ਰੌਲਾ ਹੀ ਪੈ ਰਿਹਾ ਤੇ ਉਹਨਾਂ ਨੇ ਜਾ ਕੇ ਪਾਰਟੀ ਵੀ ਜੁਆਇਨ ਕਰ ਲਈ। ਸੋ ਇਹ ਕਾਂਗਰਸ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਮਿਲ ਕੇ ਹੀ ਸਾਰਾ ਕੁਛ ਇਹਨਾਂ ਨੇ ਪਲਾਨ ਤਰੀਕੇ ਨਾਲ ਉਹ ਸਾਰਾ ਰਿਪੋਰਟਾਂ ਜਿਹੜੀਆਂ ਤਿਆਰ ਕੀਤੀਆਂ ਨੇ। ਤੇ ਹੁਣ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ। ਹੁਣ ਇਲੈਕਸ਼ਨ ਆ ਰਿਹਾ ਹੈ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਜਾਓਗੇ ਲੋਕਾਂ 'ਚ ਕਹਿਣ ਵਾਸਤੇ ਤਾਂ ਕੀ ਕਹੋਗੇ ਵੀ ਅਸੀਂ ਕੀ ਕੀਤਾ, ਤੇ ਅੱਗੇ ਸਾਨੂੰ ਵੋਟਾਂ ਮੰਗਣ ਜਾਓਗੇ ਕੁਛ ਤਾਂ ਦੱਸੋਗੇ ਵੀ ਅਸੀਂ ਕੀ ਕੀਤਾ, ਜਾਂ ਚੋਣ ਮੈਨੀਫੈਸਟੋ ਕੀ ਦਿਓਗੇ? ਬਿਲਕੁਲ ਜੀ ਬਿਲਕੁਲ। ਦੇਖੋ ਸਾਡਾ ਤਾਂ ਇੱਕੋ ਮੁੱਦਾ ਹੈ ਜੀ, ਡਿਵੈਲਪਮੈਂਟ। ਅਸੀਂ ਤਾਂ ਲੋਕਾਂ ਨੂੰ ਕਹਾਂਗੇ ਵੀ ਤੁਸੀਂ 10 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਦੇ ਕੰਮ ਦੇਖ ਲਓ, ਸਾਡੇ ਆਪਣੇ 5 ਸਾਲ ਕੈਪਟਨ ਸਾਹਿਬ ਵਾਲੇ ਦੇਖ ਲਓ, ਅਤੇ ਜਿਹੜੀ 20 ਬੰਦੇ ਤੁਸੀਂ ਆਮ ਆਦਮੀ ਦੇ ਜਿਤਾਏ ਸੀ ਉਹਨਾਂ ਦੀ 5 ਸਾਲ ਦੀ ਕਾਰਗੁਜ਼ਾਰੀ ਦੇਖ ਲਓ, ਅਤੇ ਫਿਰ ਫੈਸਲਾ ਤੁਸੀਂ ਕਰੋ ਵੀ ਕੌਣ ਤੁਹਾਡੇ ਨਾਲ ਖੜ ਸਕਦਾ, ਕੌਣ ਪੰਜਾਬ ਦੀ ਡਿਵੈਲਪਮੈਂਟ ਕਰਾ ਸਕਦਾ। ਤੁਸੀਂ ਅੱਜ ਦੇਖੋ ਸੜਕਾਂ ਦਾ ਜਾਲ ਵਿਛਾਤਾ ਸਾਰੇ ਪਾਸੇ। ਤੁਸੀਂ ਹੁਣ ਆਪਾਂ ਲੋਕ ਜਾਣਦੇ ਹੀ ਹਾਂ ਜੀ, ਸਾਰਾ 10 ਸਾਲ ਦੇ ਵਿੱਚ ਤੁਸੀਂ ਦੇਖ ਲਓ ਮੋਹਾਲੀ, ਚਲੋ ਆਪਣਾ ਹੋਰ ਛੱਡੋ ਜੀ, ਮੋਹਾਲੀ ਦੇਖ ਲਓ, ਆਪਣਾ ਹਲਕਾ ਖਰੜੀ ਦੇਖ ਲਓ ਜੀ, ਅਤੇ ਕਿੰਨਾ ਲੋਕਾਂ ਨੂੰ ਇੱਥੇ ਮਤਲਬ ਰੁਜ਼ਗਾਰ ਦੇ ਮੌਕੇ ਜੋ ਆਉਣ ਵਾਲੇ ਸਮੇਂ 'ਚ ਮਿਲਣਗੇ। ਔਰ ਇੰਟਰਨੈਸ਼ਨਲ ਏਅਰਪੋਰਟ ਆਉਣ ਨਾਲ ਅਸੀਂ ਆਪਣੇ ਵਰਲਡ ਦੇ ਨਕਸ਼ੇ 'ਤੇ ਸਾਡਾ ਮਤਲਬ ਸ਼ਹਿਰ ਆ ਗਿਆ। ਸੋ ਇਹ ਅਸੀਂ ਤਾਂ ਮੁੱਦਾ ਵਿਕਾਸ ਦਾ ਹੀ ਲੈ ਕੇ ਜਾਵਾਂਗੇ ਜੀ। ਮੇਰਾ ਅਖੀਰਲਾ ਸਵਾਲ ਹੈ ਵੀ ਹੁਣ ਇਸ ਵਾਰੀ ਜਿਹੜੀ ਉਮੀਦਵਾਰ ਤੁਸੀਂ ਕਿੱਥੋਂ ਆਪਣੀ ਕਿਸਮਤ ਅਜਮਾ ਰਹੇ ਹੋ? ਨਹੀਂ, ਮੈਂ ਖਰੜ ਤੋਂ ਲੜਾਂਗਾ ਜੀ। ਉਹ ਕੁਛ ਠੀਕ ਹੈ, ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਵੀ ਇਹ ਰੋਪੜ ਤੋਂ ਲੜਨਗੇ, ਕੁਛ ਕਹਿੰਦੇ, ਪਰ ਮੈਂ ਖਰੜ ਤੋਂ ਹੀ ਲੜਾਂਗਾ ਜੀ। ਅਤੇ ਸਾਡਾ ਹੁਣ ਇੰਨੀ ਮਿਹਨਤ ਕੀਤੀ ਵੀ ਖਰੜ ਤੋਂ ਇਲੈਕਸ਼ਨ ਲੜਾਂਗੇ। ਸੋ ਇਹ ਸਨ ਰਣਜੀਤ ਸਿੰਘ ਜੀ ਗਿੱਲ, ਜਿਨ੍ਹਾਂ ਨੇ ਦੱਸਿਆ ਵੀ ਜਿਹੜੀ ਸਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ, ਉਹ ਹਮੇਸ਼ਾ ਹੀ ਪਾਰਟੀ ਮੁੱਦਿਆਂ ਨੂੰ ਲੈ ਕੇ ਚੱਲੀ ਹੈ, ਹੁਣ ਵੀ ਵਿਕਾਸ ਦੇ ਮੁੱਦੇ ਨੂੰ ਲੈ ਕੇ ਚੋਣਾਂ ਲੜਨਗੇ। ਕੈਮਰਾਮੈਨ ਦਲਜੀਤ ਦੇ ਨਾਲ ਹਰਸ਼ਦੀਪ ਸਿੰਘ ਦੀ ਰਿਪੋਰਟ, LF ਨਿਊਜ਼ ਮੋਹਾਲੀ।